पाए, मन पत स्यों प्रगट जाए। मन मार्ग ठाक ना पाए, मन पत स्यों प्रगट जाए। ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਨੂੰ ਖੋਜਦੇ ਖੋਜਦੇ ਹੁਣ ਅਸੀਂ ਆ ਪੁੱਜੇ ਹੈਗੇ ਆ ਕੋਇੰਬਟੂਰ ਦੇ ਇੱਕ ਬਿਜ਼ੀ ਇਲਾਕੇ ਵਿੱਚ, ਜਿਹੜਾ ਕਿ ਕਮਰਸ਼ੀਅਲ ਸਟਰੀਟ ਹੈ। ਇਹਨੂੰ ਆਖਿਆ ਜਾਂਦਾ ਹੈ ਓਪਨ ਕਾਰਾ ਸਟਰੀਟ ਦੇ ਨਾਂ ਤੋਂ ਪ੍ਰਚਲਿਤ ਇਹ ਸਥਾਨ, ਜਿੱਥੇ ਮੇਰੇ ਰਾਈਟ ਸਾਈਡ ਤੇ ਤੁਸੀਂ ਦੇਖ ਸਕਦੇ ਹੈਗੇ ਹੋ, ਸਿੰਧੀ ਸਮਾਜ ਨੇ ਇੱਕ ਆਪਣਾ ਮੰਦਿਰ ਬਣਾ ਰੱਖਿਆ ਹੈਗਾ, ਜਿਹਨੂੰ ਪੂਜ ਦਰਬਾਰ ਸਾਹਿਬ ਦੇ ਨਾਂ ਤੇ ਜਾਣਿਆ ਜਾਂਦਾ ਹੈਗਾ। ਇਹ ਸਥਾਨ ਸਿੰਧੀ ਵੀਰਾਂ ਦਾ ਇੱਕ ਮੰਦਿਰ ਹੈਗਾ ਤੇ ਬਾਬਾ ਸ਼੍ਰੀ ਚੰਦ ਜੀ ਨਾਲ ਸੰਬੰਧਿਤ ਹੈਗਾ। ਤੇ ਮੈਨੂੰ ਪੂਰੀ ਉਮੀਦ ਹੈ ਜਿਹੜੇ ਸਥਾਨਾਂ ਤੇ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਇਤਿਹਾਸ ਸੰਬੰਧਿਤ ਰਿਹਾ ਹੈਗਾ, ਉੱਥੇ ਗੁਰੂ ਨਾਨਕ ਦੇਵ ਜੀ ਦੇ ਆਉਣ ਦੇ ਸਬੂਤ ਜ਼ਰੂਰ ਮਿਲੇ ਨੇ। ਆਓ ਸਭ ਤੋਂ ਪਹਿਲੇ ਅੰਦਰ ਚੱਲੇ ਹੈਗੇ ਆ ਤੇ ਸਥਾਨ ਦੇ ਦਰਸ਼ਨ ਕਰਨੇ ਆ ਤੇ ਇੱਥੇ ਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਨੇ ਆ ਤੇ ਆਪ ਨੂੰ ਵੀ ਦੱਸਨੇ ਆ। करम हर मेरे राम एह नीच करम हर मेरे गुणवंता हर हर दयाल कर कृपा बख्श अवगण सब मेरे गुणवंता हर हर दयाल कर कृपा बख्श अवगण सब मेरे राम एह नीच करम हर मेरे राम नीच करम हर मेरे। ਇਤਿਹਾਸ ਵਿੱਚ ਹਮੇਸ਼ਾ ਇਹ ਦੇਖਿਆ ਗਿਆ ਹੈਗਾ ਕਿ ਜਿੱਥੇ ਸਿੰਧੀ ਵੀਰ ਨੇ ਉਹਨਾਂ ਲੋਕਾਂ ਨੇ ਮਹਾਰਾਜ ਦੇ ਸਥਾਨਾਂ ਨੂੰ ਸਾਂਭ ਕੇ ਰੱਖਿਆ ਹੈ, ਜਿਹਦਾ ਜੀਤਾ ਜਾਗਤਾ ਉਦਾਹਰਣ ਕੋਟ ਲਖਪਤ ਸਾਹਿਬ ਦਾ ਸਥਾਨ, ਜਿਹੜਾ ਕਿ ਹੁਣ ਇੱਕ ਗੁਰਦੁਆਰੇ ਦੇ ਵਿੱਚ ਤਬਦੀਲ ਹੈ, ਉੱਥੇ ਵੀ ਦੇਖਣ ਨੂੰ ਮਿਲਿਆ। ਉੱਥੇ ਵੀ ਸਿੰਧੀ ਵੀਰਾਂ ਨੇ ਬਾਬਾ ਸ਼੍ਰੀ ਚੰਦ ਜੀ ਦਾ ਉਹ ਸਥਾਨ ਸੰਭਾਲ ਕੇ ਰੱਖਿਆ ਸੀਗਾ, ਜਿੱਥੇ ਗੁਰੂ ਨਾਨਕ ਦੇਵ ਜੀ ਗਏ ਸੀਗੇ। ਇਸ ਤੋਂ ਮਿਲਦਾ ਜੁਲਦਾ ਇਤਿਹਾਸ ਸਾਨੂੰ ਕੁਝ ਇਸ ਵਕਤ ਕੋਇੰਬਟੂਰ ਵਿੱਚ ਦੇਖਣ ਨੂੰ ਮਿਲਦਾ ਹੈਗਾ। ਜਿਸ ਸਥਾਨ ਦੇ ਉੱਤੇ ਮੈਂ ਇਸ ਵਕਤ ਖਲੋਤਾ ਹੈਗਾ, ਇਹ ਸਥਾਨ ਬਾਬਾ ਸ਼੍ਰੀ ਚੰਦ ਜੀ ਦਾ ਇੱਕ ਸਥਾਨ, ਹਿੰਦੂ ਵੀਰਾਂ ਵੱਲੋਂ ਇਹਦੀ ਦੇਖ ਰੇਖ ਹੁੰਦੀ ਹੈ। ਪੂਜ ਸ਼੍ਰੀ ਦਰਬਾਰ ਸਾਹਿਬ ਦੇ ਨਾਂ ਤੋਂ ਜਾਣਨ ਵਾਲਾ ਇਹ ਸਥਾਨ, ਇੱਥੇ 1939 ਦੇ ਵਿੱਚ ਇਸ ਸਥਾਨ ਦੀ ਸੇਵਾ ਸੰਭਾਲ ਕੀਤੀ ਗਈ, ਜਾਂ ਐਵੇਂ ਆਖਿਆ ਜਾਏ ਕਿ ਇਸ ਸਥਾਨ ਦਾ ਰੈਨੋਵੇਸ਼ਨ ਹੋਇਆ। ਇੱਥੇ ਦੇ ਪ੍ਰਬੰਧਕਾਂ ਦੁਆਰਾ ਇਹ ਪਤਾ ਲੱਗਿਆ ਹੈ ਕਿ 1937 ਤੋਂ ਪਹਿਲੇ ਵੀ ਇੱਥੇ ਇੱਕ ਛੋਟਾ ਜਿਹਾ ਸਥਾਨ, ਇੱਕ ਛੋਟੀ ਜਿਹੀ ਕੁਟੀਆ ਹੁੰਦੀ ਸੀਗੀ। ਆਓ ਇਸ ਦੇ ਬਾਰੇ 'ਚ ਹੋਰ ਪਤਾ ਕਰਨੇ ਹੈਗੇ ਆ ਇੱਥੇ ਦੇ ਪ੍ਰਬੰਧਕਾਂ ਨੂੰ ਮਿਲ ਕੇ ਤੇ ਆਪ ਜੀ ਨੂੰ ਦੱਸਣੇ ਆ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੈਗੇ ਹੋ ਗੁਰੂ ਮਹਾਰਾਜ ਦਾ ਸਥਾਨ, ਥੱਲੇ ਬਾਬਾ ਸ਼੍ਰੀ ਚੰਦ ਜੀ ਦੀ ਇੱਕ ਮੂਰਤੀ ਲੱਗੀ ਹੈ, ਉਹਦੇ ਉੱਤੇ ਪਾਲਕੀ ਸਾਹਿਬ ਵਿਰਾਜਮਾਨ ਹੈ। ਮਹਾਰਾਜ ਦਾ ਸਰੂਪ ਇੱਥੇ ਪ੍ਰਕਾਸ਼ਿਤ ਹੈ। ਇੱਥੇ ਦੇ ਪੰਡਿਤ ਇਹਦੀ ਰੋਜ਼ ਸੇਵਾ ਕਰਦੇ ਨੇ, ਵਾਕ ਲੈਂਦੇ ਨੇ, ਸੁਖਾਸਨ ਹੁੰਦਾ ਹੈ, ਰੋਜ਼ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ ਹੈ ਤੇ ਮਰਿਆਦਾ ਦੇ ਹਿਸਾਬ ਨਾਲ ਇੱਥੇ ਇਹਦੀ ਪੂਜਾ ਕੀਤੀ ਜਾ ਰਹੀ ਹੈਗੀ। ਨਾਲ ਹੀ ਪਾਲਕੀ ਸਾਹਿਬ ਦੇ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇੱਕ ਫੋਟੋ ਵੀ ਲੱਗੀ ਹੈ। ਆਓ ਆਪ ਜੀ ਨੂੰ ਉਹ ਵੀ ਦਰਸ਼ਨ ਕਰਾਣੇ ਆ ਤੇ ਉਪਰੰਤ ਇੱਥੇ ਦਾ ਇਤਿਹਾਸ ਦੇ ਬਾਰੇ ਇੱਥੇ ਪ੍ਰਬੰਧਕਾਂ ਨਾਲ ਗੱਲ ਕਰਕੇ ਆਪ ਜੀ ਨੂੰ ਦੱਸਣੇ ਆ। तन नानक तेरी वड्डी कमाई, तन नानक तेरी वड्डी कमाई, सिद्ध बोलन शुभ बचन, सिद्ध बोलन शुभ बचन, तन नानक तेरी वड्डी कमाई, तन नानक तेरी वड्डी कमाई। हरि धन संचन हरि नाम भोजन, इह नानक की नो चोला। बोल गुरु नानक देव की जय। वाहिगुरु 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 जी का खालसा, वाहिगुरु जी की फतेह। बोले सो निहा, सत श्री अकाल। मेरे नाल इस वक्त खड़ोते ने पंडित शत्रुघ्न त्रिपाठी, ਜਿਹੜੇ ਕਿ ਇਸ ਸਥਾਨ ਦਾ ਦੇਖ ਰੇਖ ਕਰਦੇ ਨੇ ਤੇ ਪੂਜਾ ਪਾਠ ਕਰਦੇ ਨੇ। ਆਓ ਉਹਨਾਂ ਕੋਲ ਹੀ ਪੁੱਛੀਏ ਕਿ ਇਸ ਸਥਾਨ ਦੀ ਦੇਖ ਰੇਖ ਤੇ
पूजा पाठ वो किस तरीके ਨਾਲ करते हैं। पंडित जी सबसे पहले आपका बहुत बहुत स्वागत है। वाहिगुरु जी का खालसा, वाहिगुरु जी की फतेह। मुझे ये मालूम पड़ा है कि आपको पंजाबी आती है और आप इस स्थान में रोज़ सुबह महाराज का प्रकाश भी करते हैं और रात को सुखासन भी करते हैं और पंजाबी में करते हैं, जैसा कि अभी हमने देखा आपने वाक लिया। तो मुझे कुछ उसके बारे में बताएं कि आपने पंजाबी कहाँ से सीखी और कितना टाइम हो गया आपको यहाँ पर ये पूजा पाठ करते हुए। जी, मैं यहाँ पर सन 2003 में आया हूँ फरवरी में, और फरवरी में आने के बाद में गुरु ग्रंथ साहिब विराजमान थे। उन्हीं की कृपा के कारण मैंने एक बुक ली थी जो अपने पंजाबी और हिंदी ट्रांसलेशन में थी, उसके द्वारा उसके माध्यम से ही मैंने ये चालू किया। और उसके बाद धीरे धीरे पहले मैंने जो गुरुमुखी किताबें हैं उनसे पहले अध्ययन किया उसका। उसके बाद में हमारे एक यहाँ दौलत राम जादवानी थे जिनको अच्छी तरह गुरुमुखी का वो पाठ करते थे, अभी तो शांत हो गए नहीं हैं, वो हनुमान जी की सेवा करने आते थे। तो उन्हीं के माध्यम से जो भी उसको बराबर लय में लेना, बराबर उसकी त्रुटि का ध्यान रखना, सब उन्होंने बताया। और उसके बाद मैंने 2005 से कंटिन्यू दरबार की यहाँ सेवा कर रहे हैं। सुबह 7 बजे हमारा दरबार खुलता है, उसके बाद में गुरु महाराज का प्रकाश होता है, उसके बाद में कड़ाह प्रसाद बनता है, कड़ाह प्रसाद का भगवान को भोग लगता है, अरदास होती है और वचन लेकर के भगवान को फिर बाकी भगवान जो बाकी हमारे भगवान बैठे हुए यहाँ पर सबकी सेवा करते हैं। शाम को और गुरु की आरती होती है सुबह शाम दोनों टाइम में। शाम को गुरु का जो है वचन आरती करके वचन लेके अरदास करके और गुरु महाराज का सुखासन कराते हैं। वो टाइम हमारा 8 बजे शाम का है। तो आप यहाँ पर पूरी मर्यादा से, जो सिख मर्यादा है कि सुबह प्रकाश करना, अरदास करना, कड़ा प्रसाद का भोग लगाना, रात को सुखासन करना, तो जितना भी जो सिख मर्यादा है गुरु साहब की, वो आप पूरी मर्यादा का पालन कर रहे हैं। पूरी कोशिश करने हैं कि भगवान के प्रति किसी प्रकार से हमें त्रुटि ना हो। भगवान की सेवा करते हैं, भगवान के प्रति कोई अज्ञानता बस कोई भूल होती है तो नहीं कह सकते, लेकिन अपनी जान से हम भगवान की पूजा में बराबर सावधानी रखते हैं। जैसे हमको और हमारे सिख आते हैं, दिल्ली से भी आते हैं भक्त यहाँ पर, उनके द्वारा भी कैसे उन्होंने बताया हमको भाई ऐसे ऐसे करना है। पहले हम बोलते थे पहले कि 10वां पातशाह श्री गुरु गोविंद सिंह जी का, बोल नहीं ऐसा नहीं है, पहले 10वें पातशाह हमारे गुरु गोविंद जी हैं, पहले उनकी पातशाही करके बाद में हम 10 पातशाहों की जो है पातशाही अपने आत्मा स्वरूप जो है गुरु ग्रंथ साहिब जी को बोलते हैं। तो उसका भी हमको ज्ञान मिला। उसके बाद से हम वही जो हमारी प्रक्रिया है उसी प्रक्रिया से हम भगवान की सेवा जो है गुरु महाराज की करते जा रहे हैं। और भगवान से यही कृपा है कि जो जब तक रखें हमें यहाँ तो सुख शांति से धर्मनिष्ठ कर्म में रख के उनकी सेवा होती रहे, यही भगवान से हमारी गुरु महाराज से प्रार्थना है, यही हमारी उनसे अरदास है। बहुत बहुत धन्यवाद आपका। वाहिगुरु जी का खालसा, वाहिगुरु जी की फतेह। ऐसा ਸਾਡੇ ਨਾਲ ਪੰਡਿਤ ਜੀ ਜਿਨ੍ਹਾਂ ਨੇ ਇਸ ਸਥਾਨ ਦੀ ਦੇਖ ਰੇਖ ਕੀਤੀ ਹੈ ਤੇ ਪੂਜਾ ਪਾਠ ਕਰਦੇ ਨੇ, ਤੇ ਦੇਖਣ ਨੂੰ ਇਹ ਮਿਲਿਆ ਕਿ ਇੱਥੇ ਜਿਸ ਤਰੀਕੇ ਨਾਲ ਵੀ ਇਹ ਪੂਜਾ ਪਾਠ ਦੀ ਜੋ ਪद्धति ਹੈ ਅਡਾਪਟ ਇਹਨਾਂ ਨੇ ਕਰਕੇ ਰੱਖੀ ਹੈ, ਉਹ ਗੁਰੂ ਮਰਿਆਦਾ ਦੇ ਹਿਸਾਬ ਨਾਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ। ਜਿਹੜੀ ਚੀਜ਼ ਇੱਥੇ ਆ ਕੇ ਮੈਨੂੰ ਪ੍ਰੇਰਿਤ ਕਰ ਰਹੀ ਹੈਗੀ ਉਹ ਹੈ ਕਿ ਇਹ ਸਥਾਨ ਦੇ ਅੰਦਰ ਇੱਕ ਬਹੁਤ ਪਾਵਰਫੁਲ એનર્ਜੀ ਹੈ। ਇੱਥੇ ਲੱਗਦਾ ਹੈ ਕਿ ਅਗਰ ਗੁਰੂ ਨਾਨਕ ਦੇਵ ਜੀ ਕੋਇੰਬਟੂਰ ਕਦੀ ਆਏ ਸੀ ਤੇ ਇਸ ਸਥਾਨ ਤੇ ਜ਼ਰੂਰ ਆਏ ਹੋਣਗੇ। ਇਹ ਸਥਾਨ ਉਹਨਾਂ ਦੀ ਚਰਨ ਛੋਹ ਪ੍ਰਾਪਤ ਹੋ ਸਕਦਾ ਹੈਗਾ। ਇਹਦੇ ਬਾਰੇ ਵਿੱਚ ਹੋਰ ਇਤਿਹਾਸ ਨੂੰ ਫਰੋਲਣ ਦੀ ਲੋੜ ਹੈ, ਕਿਉਂਕਿ ਇੱਥੇ ਦੇ ਪ੍ਰਬੰਧਕਾਂ ਕੋਲ 1937 ਦੇ ਵਿੱਚ ਉਹਨਾਂ ਨੇ ਰਜਿਸਟਰੀ ਕਰਾਈ ਸੀ। ਉਸ ਤੋਂ ਪਹਿਲੇ ਇਹ ਸਥਾਨ ਸੀਗਾ, ਉਸ ਸਥਾਨ ਦਾ ਇਹਨਾਂ ਕੋਲ ਵੇਰਵਾ ਨਹੀਂ ਹੈਗਾ, ਲੇਕਿਨ ਸਾਨੂੰ ਉਹਨਾਂ ਨੇ ਵਾਅਦਾ ਕੀਤਾ ਹੈਗਾ ਕਿ ਇਸ ਦੇ ਬਾਰੇ 'ਚ ਹੋਰ ਜਾਂਚ ਪੜਤਾਲ ਕਰਕੇ ਦੱਸਣਗੇ ਕਿ 1937 ਤੋਂ ਪਹਿਲੇ ਇਸ ਸਥਾਨ ਦੇ ਅੰਦਰ ਐਸਾ ਕੋਈ ਇਤਿਹਾਸਿਕ ਸੰਬੰਧ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਨਹੀਂ। ਛੱਡੀ ਨਾ ਕਦੇ ਮੇਰੀ ਬਾਬਾ ਨਾਨਕਾ, ਛੱਡੀ ਨਾ ਕਦੇ।